ਲੜੀਵਾਰ ਕਥਾ ਰਾਗ ਸੂਹੀ ਵਿੱਚ ਆਪ ਜੀ ਸਰਵਣ ਕਰ ਰਹੇ ਹੋ। ਧੰਨ ਸ਼੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ, ਨਿਮਾਣਿਆਂ ਦੇ ਮਾਣ ਸਤਿਗੁਰੂ। ਰਾਗ ਸੂਹੀ ਦੇ ਪਾਵਨ ਪਵਿੱਤਰ ਛੰਤਾਂ ਦੁਆਰਾ ਸਾਨੂੰ ਸਾਰਿਆਂ ਨੂੰ ਉਪਦੇਸ਼ ਦੇ ਰਹੇ ਨੇ। ਸਰਵਣ ਕਰੀਏ, ਹਾਜ਼ਰੀਆਂ ਲਵਾਉਂਦੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਤੀਜਾ। ਜੇ ਲੋੜੈ ਵਰ ਬਾਲੜੀਏ, ਤਾਂ ਗੁਰ ਚਰਨੀ ਚਿਤ ਲਾਏ ਰਾਮ। ਰਾਗ ਸੂਹੀ ਹੈ ਔਰ ਤੀਸਰੇ ਪਾਤਸ਼ਾਹ ਜਗਤ ਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਵਿੱਤਰ ਪਾਵਨ ਸ੍ਰੀ ਮੁਖਵਾਕ ਸ਼ਬਦ ਹੈ। ਹੇ ਬਾਲੜੀਏ, ਜੀਵ ਰੂਪੀ ਇਸਤਰੀਏ, ਭੋਲੀਏ ਜੀਵ ਰੂਪੀ ਇਸਤਰੀਏ। ਅਣਜਾਣ ਬਾਲੜੀ ਕਹਿੰਦੇ ਅਣਜਾਣ ਨੂੰ। ਹੇ ਅਣਜਾਣ ਜੀਵ ਰੂਪੀ ਇਸਤਰੀਏ, ਜੇ ਤੂੰ ਚਾਹੁੰਦੀ ਹੈ ਕਿ ਤੈਨੂੰ ਪਤੀ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋਵੇ, ਜੇ ਤੂੰ ਚਾਹੁੰਦੀ ਹੈ ਤੈਨੂੰ ਰੱਬ ਮਿਲੇ, ਤੈਨੂੰ ਪਤੀ ਪਰਮੇਸ਼ਵਰ ਦੀ ਪ੍ਰਾਪਤੀ ਹੋਵੇ, ਤਾਂ ਫਿਰ ਤੂੰ ਗੁਰੂ ਦੇ ਚਰਨਾਂ ਨਾਲ ਆਪਣਾ ਚਿੱਤ ਲਾ। ਗੁਰੂ ਚਰਨਾਂ ਨਾਲ ਆਪਣਾ ਚਿੱਤ ਲਾ। ਜਦੋਂ ਰਾਗ ਸੂਹੀ ਵਿੱਚ ਮਹਾਰਾਜ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਲਾਵਾਂ ਉਚਾਰੀਆਂ ਨੇ, ਉਹਨਾਂ ਪਵਿੱਤਰ ਲਾਵਾਂ ਦੇ ਉਪਦੇਸ਼ ਦੁਆਰਾ ਜਿੱਥੇ ਬਾਹਰੀ ਤੌਰ ਤੇ ਦੰਪਤੀ ਦਾ ਗ੍ਰਸਥ ਮਾਰਗ ਵਿੱਚ ਪ੍ਰਵੇਸ਼ ਹੁੰਦਾ ਹੈ, ਇਸਤਰੀ ਨੂੰ ਵਰ ਪ੍ਰਾਪਤ ਹੁੰਦਾ ਹੈ, ਉੱਥੇ ਇੱਕ ਯੋਗੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠਾ ਸੀ। ਅਧਿਆਤਮਕ ਰੂਪ ਵਿੱਚ ਉਸ ਜੀਵ ਆਤਮਾ ਨੇ ਪਰਮਾਤਮਾ ਦੇ ਸਵਰੂਪ ਦੀ ਪ੍ਰਾਪਤੀ ਕੀਤੀ। ਅੱਜ ਵੀ ਨਿਰਮਲ ਸੰਪਰਦਾਇ ਵਿੱਚ ਜਿਹੜੇ ਵਿਹੰਗਮ ਮਹਾਤਮਾ ਹੁੰਦੇ ਨੇ, ਜਦੋਂ ਸਰੀਰ ਛੱਡਦੇ ਨੇ ਤੇ ਉਹਨਾਂ ਦੇ ਭੋਗ ਵਾਲੇ ਦਿਨ ਲਾਵਾਂ ਦਾ ਪਾਠ ਕੀਤਾ ਜਾਂਦਾ ਤੇ ਲੋਕ ਹੈਰਾਨ ਹੁੰਦੇ ਆ ਵੀ ਭੋਗ ਵਾਲੇ ਦਿਨ ਲਾਵਾਂ। ਉਹ ਕਹਿੰਦੇ ਆ ਵੀ ਹੁਣ ਇਸਤਰੀ ਜੀਵ ਦਾ ਪਤੀ ਪਰਮੇਸ਼ਰ ਨਾਲ ਮੇਲ ਹੋ ਗਿਆ, ਯੋਗੀ ਦਾ ਮੇਲ ਹੋ ਗਿਆ। ਤੋ ਉੱਥੇ ਅਧਿਆਤਮਕ ਰੂਪ ਦੇ ਵਿੱਚ ਵੀ ਜੀਵ ਆਤਮਾ ਦਾ ਪਰਮਾਤਮਾ ਨਾਲ ਮੇਲ ਹੋਵੇਗਾ। ਤੇ ਜਦੋਂ ਜੀਵ ਆਤਮਾ ਨੂੰ ਮੇਰੇ ਸਾਹਿਬ ਇਸਤਰੀ ਰੂਪ ਕਰਕੇ ਵਰਣਨ ਕਰਦੇ ਨੇ, ਤਾਂ ਫਿਰ ਉਸ ਪਰਮਾਤਮਾ ਨੂੰ ਪਤੀ ਪਰਮੇਸ਼ਵਰ ਰੂਪ ਦੇ ਵਿੱਚ ਵਰਣਨ ਕਰਦੇ ਨੇ। ਤੂੰ ਪਾਤਸ਼ਾਹ ਕਹਿੰਦੇ ਜੇ ਤੂੰ ਚਾਹੁੰਦੀ ਹੈ ਕਿ ਤੁਹਾਨੂੰ ਪਤੀ ਪਰਮੇਸ਼ਰ ਦੇ ਸਵਰੂਪ ਦੀ ਪ੍ਰਾਪਤੀ ਹੋਵੇ, ਤਾਂ ਫਿਰ ਉਹਦੇ ਲਈ ਤੈਨੂੰ ਇੱਕ ਕੰਮ ਕਰਨਾ ਪੈਣਾ, ਗੁਰੂ ਦੇ ਚਰਨਾਂ ਨਾਲ ਜੁੜਨਾ ਪੈਣਾ, ਸਤਿਗੁਰਾਂ ਦੇ ਚਰਨਾਂ ਨਾਲ ਜੁੜਨਾ ਪੈਣਾ। ਕਿਉਂਕਿ ਗੁਰੂ ਤੋਂ ਬਿਨਾਂ ਤੈਨੂੰ ਪਤੀ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੋਣੀ। ਗੁਰੂ ਨੇ ਵਿਚੋਲਗੀ ਕਰਨੀ ਹੈ, ਗੁਰੂ ਨੇ ਮਿਲਾਉਣਾ। ਗੁਰੂ ਬਿਨਾਂ ਮੇਲ ਹੀ ਨਹੀਂ ਸਕਦਾ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਗੱਲ ਹੀ ਨਹੀਂ ਬਣਨੀ। ਇਸ ਕਰਕੇ ਪਾਤਸ਼ਾਹ ਕਹਿੰਦੇ ਸਤਿਗੁਰਾਂ ਦੇ ਚਰਨਾਂ ਨਾਲ। ਇਹ ਮਹਾਰਾਜ ਗੁਰੂ ਅਮਰਦਾਸ ਸਾਹਿਬ ਆਪਣਾ ਤਜਰਬਾ ਦੱਸ ਰਹੇ ਨੇ। ਕਹਿੰਦੇ ਜਦੋਂ ਤੱਕ ਅਸੀਂ ਵਿਚਰਦੇ ਰਹੇ, ਗੰਗਾ ਦੇ ਦਰਸ਼ਨਾਂ ਨੂੰ ਵੀ ਜਾਂਦੇ ਰਹੇ, ਉਦੋਂ ਤੱਕ ਗੱਲ ਨਹੀਂ ਬਣੀ ਜਦੋਂ ਤੱਕ ਜਗਤ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਦੀ ਸ਼ਰਨ 'ਚ ਨਹੀਂ ਆ ਗਏ। ਹਾਲਾਂਕਿ ਮੇਰੇ ਸਾਹਿਬ ਆਪ ਪਰਮੇਸ਼ਰ ਨੇ, ਗੁਰੂ ਅਮਰਦਾਸ ਸਾਹਿਬ, ਉਹ ਤਾਂ ਸਾਡੇ ਲਈ ਉਹਨਾਂ ਨੇ ਇਹ ਸਾਰੀ ਲੀਲਾ ਕੀਤੀ, ਸਾਨੂੰ ਸਮਝਾਉਣ ਲਈ। ਸਾਹਿਬ ਕਹਿੰਦੇ ਭਾਈ, ਜੇ ਤੂੰ ਰੱਬ ਨੂੰ ਮਿਲਣਾ, ਪਰਮੇਸ਼ਰ ਨੂੰ ਮਿਲਣਾ, ਤਾਂ ਫਿਰ ਗੁਰੂ ਦੇ ਚਰਨਾਂ ਨਾਲ ਆਪਣਾ ਚਿੱਤ ਲਾ, ਗੁਰੂ ਚਰਨੀ ਲੱਗ। ਇਹ ਵਿਧਾਨ ਹੋਣਾ ਚਾਹੀਦਾ ਸਿੱਖ ਸਮਾਜ ਵਿੱਚ। ਇੱਕ ਖਾਸ ਉਮਰ ਤੈਅ ਹੋਣੀ ਚਾਹੀਦੀ ਹੈ, ਨੀਅਤ ਹੋਣੀ ਚਾਹੀਦੀ ਹੈ, ਜਦੋਂ ਗੁਰਸਿੱਖ ਦੇ ਬੱਚੇ ਨੂੰ ਗੁਰੂ ਚਰਨਾਂ ਨਾਲ, ਗੁਰੂ ਚਰਨੀ ਲਾਇਆ ਜਾਵੇ, ਉਹਨੂੰ ਅੰਮ੍ਰਿਤ ਛਕਾਇਆ ਜਾਵੇ, ਉਹਦੇ ਅੰਮ੍ਰਿਤ ਸੰਸਕਾਰ ਦੀ ਵਿਧੀ ਵਿਧਾਨ ਦਾ ਮਰਿਆਦਾ
ਇੱਥੇ 80 ਸਾਲਾਂ ਦੇ ਬਜ਼ੁਰਗ ਹੋ ਜਾਂਦੇ ਆ, ਉਹ ਗੁਰਚਰਨੀ ਨਾਲ ਚਿੱਤ ਨਹੀਂ ਜੋੜਦੇ, ਖੰਡੇ ਦੀ ਪੌਲ ਨਹੀਂ ਛਕਦੇ। ਤੋ ਗੁਰੂ ਚਰਨਾਂ ਦੇ ਨਾਲ ਆਪਣਾ ਚਿੱਤ ਲਾਓ ਭਾਈ। ਜੇ ਤੁਸੀਂ ਉਸ ਪਤੀ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰਨੀ ਹੈ। ਸਦਾ ਹੋਵੈ ਸੁਹਾਗਣੀ ਹਰ ਜੀਉ ਮਰੈ ਨਾ ਜਾਏ RAM। ਫਿਰ ਤੂੰ ਸਦਾ ਲਈ ਸੁਹਾਗਣ ਹੋ ਜਾਏਂਗੀ, ਸਦਾ ਲਈ ਸੁਹਾਗਣ ਹੋ ਜਾਏਂਗੀ। ਕਿਉਂ? ਜਿਹੜਾ ਪਤੀ ਤੈਨੂੰ ਮਿਲਣਾ ਨਾ, ਉਹ ਪਤੀ ਨਾ ਮਰਦਾ ਤੇ ਨਾ ਜੰਮਦਾ ਤੇ ਨਾ ਛੱਡ ਕੇ ਜਾਂਦਾ। ਉਹ ਅਬਨਾਸੀ ਹੈ ਨਾ, ਤੇ ਜਿਸ ਦਾ ਵਿਨਾਸ਼ ਹੀ ਨਹੀਂ ਹੁੰਦਾ, ਉਹ ਅਬਨਾਸੀ ਪਤੀ ਜਦੋਂ ਤੈਨੂੰ ਮਿਲ ਗਿਆ ਤੇ ਫਿਰ ਤੂੰ ਸਦਾ ਲਈ ਸੁਹਾਗਣ ਹੋ ਜਾਏਂਗੀ। ਕਿਉਂਕਿ ਉਹ ਹਰੀ ਪਤੀ ਪਰਮੇਸ਼ਰ ਨਾ ਜੰਮਦਾ ਨਾ ਮਰਦਾ ਹੈ। ਹਰ ਜੀਉ ਮਰੈ ਨਾ ਜਾਏ ਗੁਰ ਕੈ ਸਹਿਜ ਸੁਭਾਏ ਸਾ ਤਨ ਕੰਤ ਪਿਆਰੀ। ਉਹ ਹਰ ਜੀਉ ਨਾ ਮਰਦਾ ਨਾ ਜਾਂਦਾ ਜੰਮਦਾ, ਗੁਰ ਕੈ ਸਹਿਜ ਸੁਭਾਏ। ਜਿਹੜੇ ਗੁਰੂ ਦੇ ਗਿਆਨ ਵਿੱਚ ਸ਼ੋਭਨੀਕ ਹੋ ਜਾਂਦੇ ਹਨ, ਜਿਹੜੇ ਗੁਰੂ ਦੇ ਦਿੱਤੇ ਹੋਏ ਗਿਆਨ ਦੇ ਦੁਆਰਾ ਸ਼ੋਭਨੀਕ ਹੋ ਜਾਂਦੇ ਨੇ, ਉਹੀ ਜੀਵ ਰੂਪੀ ਇਸਤਰੀਆਂ ਉਸ ਪਤੀ ਪਰਮੇਸ਼ਰ ਨੂੰ ਪਿਆਰੀਆਂ ਲੱਗਦੀਆਂ ਨੇ, ਜਿਨ੍ਹਾਂ ਕੋਲ ਗੁਰੂ ਦਾ ਦਿੱਤਾ ਗਿਆਨ ਹੈ। ਉਹ ਜੀਵ ਰੂਪੀ ਇਸਤਰੀਆਂ ਉਸ ਪਤੀ ਪਰਮੇਸ਼ਰ ਨੂੰ ਪਿਆਰੀਆਂ ਲੱਗਦੀਆਂ ਨੇ, ਜਿਨ੍ਹਾਂ ਜੀਵ ਰੂਪੀ ਇਸਤਰੀਆਂ ਕੋਲ ਆਪਣੇ ਗੁਰੂ ਦਾ ਦਿੱਤਾ ਹੋਇਆ ਗਿਆਨ ਹੈ। ਸਚ ਸੰਜਮ ਸਦਾ ਹੈ ਨਿਰਮਲ ਗੁਰ ਕਾ ਸ਼ਬਦ ਸਿੰਗਾਰੀ। ਕਹਿੰਦੇ ਫਿਰ ਉਹ ਸਦਾ ਲਈ ਸੱਚੀਆਂ ਹੋ ਜਾਂਦੀਆਂ ਨੇ। ਉਹਨਾਂ ਦੀ ਮਰਿਆਦਾ, ਉਹਨਾਂ ਦਾ ਸੰਜਮ ਵੀ ਸੱਚਾ ਹੈ, ਸੱਚ ਸੰਜਮ। ਫਿਰ ਉਹ ਸਦਾ ਲਈ ਨਿਰਮਲ ਨੇ। ਗੁਰ ਕਾ ਸ਼ਬਦ ਸਿੰਗਾਰੀ, ਸਤਿਗੁਰਾਂ ਦੇ ਸ਼ਬਦ ਦੁਆਰਾ, ਗੁਰੂ ਕੇ ਉਪਦੇਸ਼ ਦੁਆਰਾ ਉਹ ਸ਼ਿੰਗਾਰੀਆਂ ਗਈਆਂ ਹਨ। ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨੇ ਆਪੇ ਆਪੋ ਪਾਇਆ। ਮੇਰਾ ਪ੍ਰਭੂ ਸੱਚਾ ਹੈ ਔਰ ਸਦਾ ਹੀ ਸੱਚਾ ਹੈ। ਇਹ ਥੋੜੀ ਆ ਵੀ ਅੱਜ ਸੱਚਾ ਹੈ ਤੇ ਕੱਲ ਨਹੀਂ ਰਹੇਗਾ। ਉਹ ਸੱਚਾ ਹੈ ਤੇ ਸਦਾ ਹੀ ਸੱਚਾ ਹੈ, ਔਰ ਉਸੇ ਨੇ ਆਪਣਾ ਆਪ ਉਪਾਇਆ। ਕਹਿੰਦੇ ਸੰਸਾਰ ਦਾ ਉਪਾਦਾਨ ਕਾਰਨ ਔਰ ਨਿਮਿਤ ਕਾਰਨ ਕੀ ਹੈ? ਮਿੱਟੀ ਦਾ ਘੜਾ ਹੁੰਦਾ ਹੈ, ਉਹਦਾ ਉਪਾਦਾਨ ਕਾਰਨ ਹੈ ਮਿੱਟੀ, ਉਹਦਾ ਨਿਮਿਤ ਕਾਰਨ ਹੈ ਘੁਮਿਆਰ। ਘੁਮਿਆਰ ਨੇ ਬਣਾਇਆ। ਘੁਮਿਆਰ ਵੱਖਰਾ, ਮਿੱਟੀ ਵੱਖਰੀ। ਉਪਾਦਾਨ ਕਾਰਨ ਮਿੱਟੀ ਹੈ, ਨਿਮਿਤ ਕਾਰਨ ਘੁਮਿਆਰ ਹੈ, ਤੇ ਜਿਹੜਾ ਘੜਾ ਹੈ ਉਹ ਕਾਰਜ ਹੈ। ਹੁਣ ਜਦੋਂ ਸੰਸਾਰ ਦੀ ਬਾਤ ਕਰੀਏ ਤਾਂ ਇਹ ਸੰਸਾਰ ਦਾ ਉਪਾਦਾਨ ਕਾਰਨ ਕੀ ਹੈ? ਤੇ ਕਹਾਂਗੇ ਸੰਸਾਰ ਦਾ ਉਪਾਦਾਨ ਕਾਰਨ 5 ਤੱਤ 3 ਗੁਣ ਨੇ। ਹੁਣ ਕੋਈ ਕਹੇ ਵੀ ਨਿਮਿਤ ਕਾਰਨ ਵੱਖਰਾ ਹੋਵੇਗਾ ਫਿਰ ਘੁਮਿਆਰ ਵਾਂਗੂ, ਉੱਥੇ ਇਹ ਉਪਮਾ, ਇਹ ਉਦਾਹਰਣ ਨਹੀਂ ਲੱਗੇਗੀ। ਉੱਥੇ ਉਦਾਹਰਣ ਲੱਗੇਗੀ ਮੱਕੜੀ। ਮੱਕੜੀ ਦਾ ਜਾਲਾ ਜਿਹੜਾ ਹੁੰਦਾ, ਉਹਦਾ ਉਪਾਦਾਨ ਕਾਰਨ ਵੀ ਮੱਕੜੀ ਹੈ, ਉਹਦੇ ਵਿੱਚੋਂ ਹੀ ਜਾਲਾ ਪੈਦਾ ਹੁੰਦਾ ਨਾ, ਤੇ ਨਿਮਿਤ ਕਾਰਨ ਵੀ ਉਹ ਆਪ ਹੀ ਹੈ। ਇਸੇ ਤਰ੍ਹਾਂ ਇਹ ਸੰਸਾਰ ਦਾ ਉਪਾਦਾਨ ਕਾਰਨ ਵੀ ਬ੍ਰਹਮ ਹੈ, ਔਰ ਇਹਦਾ ਨਿਮਿਤ ਕਾਰਨ ਵੀ ਬ੍ਰਹਮ ਹੈ, ਉਹ ਆਪ ਹੀ ਹੈ। ਹੁਣ ਸਵਾਲ ਫਿਰ ਕੀਤਾ ਕਿਸੇ ਵਿਦਵਾਨ ਨੇ, ਉਹ ਕਹਿੰਦਾ ਹੈ ਵੀ ਚੇਤਨ ਤੋਂ ਜੜ ਕਿਵੇਂ ਪੈਦਾ ਹੋ ਸਕਦਾ? ਜੋ ਚੇਤਨ ਹੈ ਉਹਦੇ ਤੋਂ ਜੜ ਚੀਜ਼ ਕਿਵੇਂ ਪੈਦਾ ਹੋ ਸਕਦੀ ਹੈ? ਬ੍ਰਹਮ ਚੇਤਨ ਹੈ, ਸੰਸਾਰ ਜੜ ਹੈ। ਜੜ ਤੋਂ ਚੇਤਨ ਕਿਵੇਂ ਹੋ ਸਕਦਾ ਤੇ ਚੇਤਨ ਤੋਂ ਜੜ ਕਿਵੇਂ ਹੋ ਸਕਦਾ? ਇਹ ਤਾਂ ਹੋ ਨਹੀਂ ਨਾ ਸਕਦਾ। ਚੇਤਨ ਤੋਂ ਤਾਂ ਚੇਤਨ ਹੀ ਪੈਦਾ ਹੋਵੇਗਾ ਨਾ। ਤੋ ਬ੍ਰਹਮ ਚੇਤਨ ਹੈ, ਸੰਸਾਰ ਜੜ ਹੈ, ਚੇਤਨ ਬ੍ਰਹਮ ਤੋਂ ਜੜ ਸੰਸਾਰ ਕਿਵੇਂ ਪੈਦਾ ਹੋਇਆ? ਉਹ ਕਹਿੰਦੇ ਸਰੀਰ ਚੇਤਨ ਹੈ, ਪਰ ਸਰੀਰ ਤੋਂ ਉੱਗਣ ਵਾਲੇ ਜਿਹੜੇ ਨਹੁੰ ਨੇ, ਨਾਖੂਨ ਨੇ, ਇਹ ਜੜ ਨੇ।
ਚੇਤਨ ਸਰੀਰ ਤੋਂ ਜੜ ਨਹੁੰ ਕਿਵੇਂ ਪੈਦਾ ਹੋ ਰਹੇ ਨੇ। ਕੇਸਾਂ ਨੂੰ ਜੜ ਨਹੀਂ ਮੰਨਿਆ, ਜਿਹੜੇ ਨਾਖੂਨ ਨੇ ਜੜ ਮੰਨੇ ਨੇ। ਇਹਨੂੰ ਸਾਇੰਸ ਵੀ ਜੜ ਮੰਨਦੀ ਹੈ, ਸ਼ਾਸਤਰ ਵੀ ਜੜ ਮੰਨਦੇ ਨੇ। ਜਦੋਂ ਇਹ ਸਰੀਰ ਤੋਂ ਕੁਝ ਹਿੱਸਾ ਬਾਹਰ ਨੂੰ ਆ ਜਾਂਦੇ, ਉੱਥੇ ਆ ਕੇ ਜੜ ਹੋ ਜਾਂਦੇ ਨੇ। ਕੇਸ ਜੜ ਨਹੀਂ ਹਨ, ਕੇਸ ਚੇਤਨ ਨੇ। ਆਮ ਕਰਕੇ ਕਈ ਕਹਿ ਦਿੰਦੇ ਆ ਨਾ ਵੀ ਜੇ ਨਹੁੰ ਕੱਟ ਸਕਦੇ ਆ ਤੇ ਕੇਸ ਵੀ ਕੱਟ ਸਕਦੇ ਆ। ਨਹੁੰ ਜੜ ਨੇ, ਕੇਸ ਜੜ ਨਹੀਂ ਹਨ, ਕੇਸ ਜੀਵਤ ਨੇ। ਹੁਣ ਚੇਤਨ ਸਰੀਰ ਤੋਂ ਜੜ ਨਾਖੂਨ ਪੈਦਾ ਹੋ ਸਕਦੇ ਨੇ। ਇਸੇ ਤਰ੍ਹਾਂ ਬ੍ਰਹਮ ਚੇਤਨ ਤੋਂ ਜੜ ਚੇਤਨ ਸੰਸਾਰ ਜਿਹੜਾ ਉਹ ਪੈਦਾ ਹੋ ਸਕਦਾ। ਹੁਣ ਗੋਹਾ ਹੁੰਦਾ ਨਾ, ਗੋਬਰ ਪਿਆ ਹੋਇਆ, ਗੋਬਰ ਜੜ ਹੈ। ਇੱਕ ਉਹਦੇ ਵਿੱਚ ਨਿੱਕਾ ਜਿਹਾ ਕੀੜਾ ਪੈਦਾ ਹੁੰਦਾ ਹੈ ਗੋਬਰ ਦੇ ਵਿੱਚ ਹੀ। ਆਮ ਕਰਕੇ ਪਿੰਡਾਂ ਵਿੱਚ, ਨਗਰਾਂ ਵਿੱਚ ਜਿੱਥੇ ਪਾਥੀਆਂ ਦੇ, ਥਾਪੀਆਂ ਦੇ ਗੁਬਾਰੇ ਬਣਾਏ ਜਾਂਦੇ, ਉਹ ਗੋਹੇ ਦੇ ਵਿੱਚ ਇੱਕ ਕੀੜਾ ਪੈਦਾ ਹੁੰਦਾ ਹੈ। ਉਹ ਕੀੜਾ ਗੋਲ ਜਿਹੇ ਆਕਾਰ ਦੀ ਇੱਕ ਮੱਟੀ ਜੀ ਵੱਟ ਕੇ ਨਾ ਜਿਉਂ ਦੜਾਉਂਦਾ ਉਹਨੂੰ ਅੱਗੇ ਨੂੰ, ਪਿੱਛੇ ਪਿੱਛੇ ਉਹ ਆਪ ਦੌੜਦਾ। ਉਹ ਹੁਣ ਜੜ ਗੋਹੇ ਤੋਂ ਚੇਤਨ ਕੀੜਾ ਕਿਵੇਂ ਪੈਦਾ ਹੋ ਗਿਆ? ਗੋਹਾ ਜੜ ਹੈ, ਪਰ ਉਸ ਜੜ ਗੋਬਰ ਤੋਂ ਚੇਤਨ ਕੀੜਾ ਪੈਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਚੇਤਨ ਤੋਂ ਹੀ ਜੜ ਹੈ, ਜੜ ਤੋਂ ਹੀ ਚੇਤਨ ਹੈ। ਇਸ ਸ੍ਰਿਸ਼ਟੀ ਦ੍ਰਿਸ਼ਟੀ ਨਾਲ ਵੇਖੀਏ ਤਾਂ ਫਿਰ ਇਹ ਵੇਖਣਾ ਪਵੇਗਾ ਸਭ ਪਾਸੇ ਚੇਤਨ ਹੀ ਚੇਤਨ ਹੈ, ਜੜ ਕੁਝ ਵੀ ਨਹੀਂ ਹੈ। ਤੋ ਸਾਰੇ ਸੰਸਾਰ ਦਾ ਉਪਾਦਾਨ ਕਾਰਨ ਵੀ ਬ੍ਰਹਮ ਹੈ, ਨਿਮਿਤ ਕਾਰਨ ਵੀ ਉਹ ਆਪ ਹੈ। ਇਸ ਕਰਕੇ ਉਹਨੇ ਆਪਣੇ ਆਪ ਹੀ ਸਭ ਕੁਝ ਪੈਦਾ ਕੀਤਾ ਹੈ, ਆਪਣੇ ਆਪ ਤੋਂ ਹੀ ਸਭ ਕੁਝ ਉਪਾਇਆ ਪੈਦਾ ਕੀਤਾ ਹੈ। ਨਾਨਕ ਸਦਾ ਪਿਰ ਰਾਵੇ ਆਪਣਾ, ਜਿਨ ਗੁਰ ਚਰਨੀ ਚਿਤ ਲਾਇਆ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਜਿਹੜੇ ਜੀਵ ਰੂਪੀ ਇਸਤਰੀਆਂ ਆਪਣੇ ਉਸ ਪਿਰ ਪਰਮੇਸ਼ਰ ਦੇ ਜਾਪ ਨੂੰ ਜਪਦੀਆਂ ਨੇ, ਵਾਹਿਗੁਰੂ ਵਾਹਿਗੁਰੂ ਕਹਿ ਕੇ ਰਾਵਦੀਆਂ ਨੇ। ਰਾਵੇ ਦਾ ਮਤਲਬ ਉਹਦਾ ਜਾਪ ਜਪਦੀਆਂ ਨੇ। ਉਹੀ ਜਪਦੀਆਂ ਨੇ ਜਿਹੜੀਆਂ ਗੁਰੂ ਕੇ ਚਰਨਾਂ ਨਾਲ ਆਪਣਾ ਚਿੱਤ ਜੋੜਦੀਆਂ ਹਨ। ਪਿਰ ਪਾਇੜਾ ਬਾਲੜੀਏ, ਅਨਦਿਨ ਸਹਿਜੇ ਮਾਤੀ ਰਾਮ। ਕਹਿੰਦੇ ਜਿਹੜੀਆਂ ਜੀਵ ਰੂਪੀ ਇਸਤਰੀਆਂ ਗੁਰੂ ਦੇ ਦਿੱਤੇ ਹੋਏ ਗਿਆਨ ਵਿੱਚ ਮਸਤ ਰਹਿੰਦੀਆਂ ਨੇ, ਉਹ ਰਾਤ ਦਿਨ ਆਪਣੇ ਉਸ ਪਿਰਪਤੀ ਪਰਮੇਸ਼ਰ ਦੇ ਸਰੂਪ ਨੂੰ ਪ੍ਰਾਪਤ ਕਰਦੀਆਂ ਹਨ। ਗੁਰਮਤਿ ਮਨ ਆਨੰਦ ਭਇਆ, ਤਿਤ ਤਨ ਮੈਲ ਨਾ ਰਾਤੀ ਰਾਮ। ਜਿਹੜੀਆਂ ਗੁਰਮਤੀਆਂ ਨੇ, ਭਾਵ ਜਿਨ੍ਹਾਂ ਨੇ ਗੁਰੂ ਦੀ ਮੱਤ ਧਾਰਨ ਕੀਤੀ, ਉਹਨਾਂ ਦੇ ਮਨ ਵਿੱਚ ਆਨੰਦ ਹੀ ਆਨੰਦ ਭਇਆ, ਔਰ ਉਹਨਾਂ ਦੇ ਹਿਰਦੇ ਰੂਪੀ ਤਨ ਵਿੱਚ, ਇੱਥੇ ਤਨ ਦਾ ਅਰਥ ਕਰਾਂਗੇ ਹਿਰਦਾ, ਮਨ। ਉਹਨਾਂ ਦਾ ਜਿਹੜਾ ਮਨ ਹੈ ਨਾ, ਉਹ ਫਿਰ ਕਿਸੇ ਪ੍ਰਕਾਰ ਦੇ ਪਾਪ ਕਰਮ ਦੀ ਮੈਲ ਵਿੱਚ ਮਲੀਨ ਨਹੀਂ ਹੁੰਦਾ। ਜਿਹੜੀਆਂ ਜੀਵ ਰੂਪੀ ਇਸਤਰੀਆਂ ਦੇ ਮਨ ਵਿੱਚ ਗੁਰੂ ਕੀ ਮੱਤ ਆ ਜਾਂਦੀ, ਗੁਰਮੱਤ ਨੂੰ ਧਾਰਨ ਕਰਨ ਵਾਲਿਆਂ ਦੇ ਮਨਮਤ ਕਰਕੇ ਕਦੇ ਮਲੀਨ ਨਹੀਂ ਹੁੰਦੇ। ਫਿਰ ਉਹ ਮਨਮਤ ਰੱਖਦੇ ਹੀ ਨਹੀਂ ਹਿਰਦੇ 'ਚ। ਕੇਵਲ ਗੁਰੂ ਕੀ ਉਜਵਲ ਮੱਤ ਉਹਨਾਂ ਦੇ ਹਿਰਦੇ ਵਿੱਚ ਕੰਮ ਕਰਦੀ ਹੈ। ਤਿਤ ਤਨ ਮੈਲ ਨ ਰਾਤੀ, ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ। ਜਿਹੜੀਆਂ ਜੀਵ ਰੂਪੀ ਇਸਤਰੀਆਂ ਮੇਰੇ ਉਸ ਹਰੀ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੀਆਂ ਗਈਆਂ ਨੇ, ਉਹਨਾਂ ਦੇ ਅੰਤਸ਼ਕਰਣ ਦੇ ਵਿੱਚ ਕਿਸੇ ਵੀ ਪ੍ਰਕਾਰ ਦੇ ਪਾਪ ਕਰਮ ਦੀ ਮੈਲ ਨਹੀਂ ਆਉਂਦੀ। ਉਹਨਾਂ ਨੂੰ ਮੇਰਾ ਪ੍ਰਭੂ ਅਕਾਲ ਪੁਰਖ ਆਪਣੇ ਨਾਲ ਮਿਲਾਪ ਕਰਕੇ ਅਭੇਦ ਕਰ ਲੈਂਦਾ ਹੈ। ਅਨ ਦਿਨ ਰਾਵੇ ਹਰ ਪ੍ਰਭੇ ਆਪਣਾ, ਵਿਚੋਂ ਆਪ ਗਵਾਏ। ਫਿਰ ਰਾਤ ਦਿਨ ਆਪਣੇ ਪ੍ਰਭੂ ਨੂੰ ਰਾਵਦੀਆਂ ਨੇ, ਔਰ ਆਪਣੇ ਵਿੱਚੋਂ ਆਪਣਾ ਆਪਾ ਭਾਵ ਗਵਾ ਦਿੰਦੀਆਂ ਹਨ। ਗੁਰਮਤਿ ਪਾਇਆ ਸਹਿਜ ਮਿਲਾਇਆ, ਆਪਣੇ ਪ੍ਰੀਤਮ ਰਾਤੀ। ਜਿਹੜੀਆਂ ਆਪਣੇ ਪਿਆਰੇ ਦੇ ਪ੍ਰੇਮ ਰੰਗ ਵਿੱਚ ਰਤੀਆਂ ਹੋਈਆਂ ਨੇ, ਉਹਨਾਂ ਨੇ ਗੁਰੂ ਦੀ ਮੱਤ ਦੁਆਰਾ ਹਰੀ ਪ੍ਰਭੂ ਪਰਮੇਸ਼ਰ ਦੇ ਪ੍ਰੇਮ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ, ਔਰ ਉਹ ਵਾਹਿਗੁਰੂ ਪਰਮੇਸ਼ਰ ਨਾਲ, ਪ੍ਰਭੂ ਨਾਲ ਜਾ ਮਿਲੀਆਂ ਹਨ। ਨਾਨਕ ਨਾਮ ਮਿਲੈ ਵਡਿਆਈ, ਪ੍ਰਭ ਰਾਵੇ ਰੰਗ ਰਾਤੀ। ਜਿਹੜੇ ਨਾਮ ਜਪਦੇ ਨੇ, ਪਾਤਸ਼ਾਹ ਕਹਿੰਦੇ ਉਹਨਾਂ ਨੂੰ ਵਡਿਆਈਆਂ ਮਿਲਦੀਆਂ ਨੇ, ਫੋਕੀਆਂ ਵਡਿਆਈਆਂ ਨਹੀਂ। ਉਹ ਵਡਿਆਈ ਨਾਮ ਜਪ ਕੇ ਮਿਲਦੀ ਹੈ
ਜਿਸ ਵਡਿਆਈ ਨੂੰ ਪ੍ਰਾਪਤ ਕਰਕੇ ਉਹ ਹੰਕਾਰ ਵਿੱਚ ਨਹੀਂ ਆਉਂਦੇ, ਸਗੋਂ ਮਾਣ ਹੁੰਦਿਆਂ ਨਿਮਾਣੇ ਹੋਣ ਦੀ ਵਡਿਆਈ, ਤਾਣ ਹੁੰਦਿਆਂ ਨਿਤਾਣੇ ਹੋਣ ਦੀ ਵਡਿਆਈ, ਐਸੀ ਵਡਿਆਈ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਔਰ ਉਹ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਸਦਾ ਹੀ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ। ਫਿਰ ਰਾਵੇ ਰੰਗ ਰਾਤੜੀਏ, ਫਿਰ ਕਾ ਮਹਿਲ ਤਿਨ ਪਾਇਆ ਰਾਮ। ਜਿਹੜੀਆਂ ਜੀਵ ਰੂਪੀ ਇਸਤਰੀਆਂ ਉਸ ਪਿਰ ਪਤੀ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੀਆਂ ਹੋਈਆਂ ਉਹਦੇ ਜਾਪ ਨੂੰ ਜਪਦੀਆਂ ਨੇ। ਰਾਵੇ ਫਿਰ ਰਾਵੇ, ਰਾਵੇ ਦਾ ਮਤਲਬ ਉਹਨੂੰ ਜਪਦੀਆਂ ਨੇ, ਉਹਦੇ ਪ੍ਰੇਮ ਵਿੱਚ ਭਿੱਜੀਆਂ ਹੋਈਆਂ, ਉਹੀ ਉਸ ਪਿਰ ਪਤੀ ਪਰਮੇਸ਼ਰ ਦੇ ਮਹਿਲ ਨੂੰ, ਉਹਦੇ ਸਰੂਪ ਨੂੰ ਪ੍ਰਾਪਤ ਕਰਦੀਆਂ ਨੇ। ਜਿਹੜੇ ਉਹਨੂੰ ਜਪਦੇ ਨੇ ਉਹਦੇ ਪ੍ਰੇਮ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਜਪਦੇ ਨੇ। ਠਾਕੁਰ ਗਾਇਆ ਆਤਮ ਰੰਗ, ਠਾਕੁਰ ਗਾਇਆ ਆਤਮ ਰੰਗ, ਠਾਕੁਰ ਗਾਇਆ ਆਤਮ ਰੰਗ, ਠਾਕੁਰ ਗਾਇਆ ਆਤਮ ਰੰਗ। ਠਾਕੁਰ ਗਾਇਆ ਆਤਮ ਰੰਗ, ਠਾਕੁਰ ਗਾਇਆ ਆਤਮ ਰੰਗ, ਠਾਕੁਰ ਗਾਇਆ ਆਤਮ ਰੰਗ, ਠਾਕੁਰ ਗਾਇਆ ਆਤਮ ਰੰਗ। ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗ ਕੇ ਉਹਨੂੰ ਗਾਈਏ। ਜਿਨ੍ਹਾਂ ਗਾਇਆ ਉਹਨਾਂ ਨੇ ਪਰਮੇਸ਼ਰ ਦੇ ਮਹਿਲ ਨੂੰ, ਅਕਾਲ ਪੁਰਖ ਦੇ ਸਰੂਪ ਨੂੰ ਪ੍ਰਾਪਤ ਕੀਤਾ ਹੈ। ਸੋ ਸਹੋ ਅਤ ਨਿਰਮਲ ਦਾਤਾ, ਜਿਨ ਵਿੱਚ ਹੋ ਆਪ ਗਵਾਇਆ ਰਾਮ। ਉਹ ਸੋ ਅਤੀ ਨਿਰਮਲ ਹੈ, ਅਤੀ ਨਿਰਮਲ, ਅਤ ਨਿਰਮਲ। ਉਹ ਸਹਿਬ ਅਤ ਨਿਰਮਲ ਹੈ ਔਰ ਸਾਰੇ ਸੰਸਾਰ ਦੇ ਜੀਆਂ ਨੂੰ ਦਾਤਾ ਦੇਣ ਵਾਲਾ ਹੈ। ਪਰ ਉਹਨੂੰ ਜਾਣਿਆ ਕਿਹਨੇ ਹੈ? ਜਿਨ੍ਹਾਂ ਨੇ ਆਪਣੇ ਵਿੱਚੋਂ ਆਪਣਾ ਆਪਾ ਭਾਵ ਗਵਾਇਆ। ਉਹਨਾਂ ਨੇ ਜਾਣਿਆ ਉਸ ਸੌ ਨੂੰ ਜਿਨ੍ਹਾਂ ਨੇ ਆਪਣੇ ਵਿੱਚੋਂ ਆਪ ਗਵਾਇਆ ਹੈ। ਵਿੱਚੋਂ ਮੋਹ ਚੁਕਾਇਆ ਜਾਂ ਹਰ ਪਾਇਆ, ਹਰ ਕਾ ਮਨ ਮਨ ਭਾਣੀ। ਜਿਨ੍ਹਾਂ ਨੇ ਆਪਣੇ ਵਿੱਚੋਂ ਮੋਹ ਚੁਕਾ ਦਿੱਤਾ ਤੇ ਉਹ ਹਰੀ ਨੂੰ ਭਾ ਗਈਆਂ ਨੇ। ਉਹੀ ਕਾਮਣਾ ਜਗਿਆਸੂ ਜੀਵ ਰੂਪੀ ਇਸਤਰੀਆਂ ਵਾਹਿਗੁਰੂ ਪਰਮੇਸ਼ਰ ਦੇ ਮਨ ਨੂੰ ਭਾਉਂਦੀਆਂ ਹਨ। ਅਨੰਦਨ ਗੁਣ ਗਾਵੈ ਨਿਤ ਸਾਚੇ, ਕਥੇ ਅਕਥ ਕਹਾਣੀ। ਉਹ ਰਾਤ ਦਿਨ ਉਸ ਸੱਚੇ ਦੇ ਗੁਣਾਂ ਨੂੰ ਗਾਉਂਦੀਆਂ ਔਰ ਉਸ ਅਕਥ ਵਾਹਿਗੁਰੂ ਪਰਮੇਸ਼ਰ ਦੀ ਕਹਾਣੀ ਨੂੰ ਕਥਨ ਕਰਦੀਆਂ ਨੇ। ਅਕਥ ਦੀ ਕਹਾਣੀ ਨੂੰ, ਜਿਸ ਦੇ ਬਾਰੇ ਕੁਝ ਕਥਿਆ ਨਹੀਂ ਜਾਂਦਾ, ਉਹਦੇ ਬਾਰੇ ਕਥਨ ਕਰਦੇ। ਵੈਸੇ ਪਰਮੇਸ਼ਰ ਅਕਥ ਹੀ ਹੈ। ਕਥਨ ਤਾਂ ਇਸ ਕਰਕੇ ਕਰਦੇ ਆ ਵੀ ਸਾਨੂੰ ਨਿਰਣਾ ਹੋ ਜਾਏ ਸੱਚ ਤੇ ਝੂਠ ਦਾ। ਵਾਸਤਵਿਕ ਰੂਪ ਵਿੱਚ ਪ੍ਰਭੂ ਅਕਥ ਹੈ। ਉਹ ਮਨ ਬਾਣੀ ਦਾ ਵਿਸ਼ਾ ਨਹੀਂ ਹੈ, ਇੰਦਰੀਆਂ ਦਾ ਵਿਸ਼ਾ ਨਹੀਂ ਹੈ, ਪਰੇ ਤੋਂ ਪਰੇ। ਪਰ ਕਥਨ ਇਸ ਕਰਕੇ ਕਰਦੇ ਹਾਂ ਕਿ ਸਾਨੂੰ ਨਿਰਣਾ ਹੋ ਜਾਵੇ, ਨਿਸ਼ਚਾ ਹੋ ਜਾਏ। ਹਾਂਜੀ। ਜੁਗ ਚਾਰੇ ਸਾਚਾ ਏਕੋ ਵਰਤੈ, ਬਿਨ ਗੁਰ ਕਿਨੈ ਨ ਪਾਇਆ। ਜੋ ਜੁਗਾਂ ਵਿੱਚ ਇੱਕੋ ਸੱਚਾ ਸਾਹਿਬ ਵਰਤਦਾ, ਪਰ ਗੁਰੂ ਤੋਂ ਬਿਨਾਂ ਕਿਸੇ ਨੇ ਉਹਦੀ ਪ੍ਰਾਪਤੀ ਨਹੀਂ ਕੀਤੀ। ਗੁਰੂ ਬਿਨਾਂ ਨਹੀਂ ਉਹ ਮਿਲਦਾ। ਹਾਂਜੀ। ਨਾਨਕ ਰੰਗ ਰਵੈ ਰੰਗ ਰਾਤੀ, ਜਿਨ ਹਰ ਸੇਤੀ ਚਿਤ ਲਾਇਆ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਜਿਹੜੀਆਂ ਜੀਵ ਰੂਪੀ ਇਸਤਰੀਆਂ ਪਰਮੇਸ਼ਰ ਦੇ ਪ੍ਰੇਮ ਰੰਗ ਚ ਰੰਗੀਆਂ ਗਈਆਂ ਨੇ, ਉਹਨਾਂ ਨੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਆਪਣਾ ਚਿੱਤ ਜੋੜਿਆ ਹੈ। ਕਾਮਣ ਮਨ ਸੋਹਿ ਲੜਾ, ਸਾਜਨ ਮਿਲੇ ਪਿਆਰੇ ਰਾਮ। ਜਿਨ੍ਹਾਂ ਕਾਮਣਾ ਨੂੰ ਜਗਿਆਸੂ ਜੀਵ ਰੂਪੀ ਇਸਤਰੀਆਂ ਨੂੰ ਸੱਜਣ ਮਿਲਿਆ ਹੈ, ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਫਿਰ ਸਦਾ ਹੀ ਸੋਹਿਲੇ ਗਾਏ ਜਾਂਦੇ ਨੇ। ਉਹਨਾਂ ਨੂੰ ਸੁਜਸ ਦੀ, ਸ੍ਰੇਸ਼ਟ ਜਸ ਦੀ ਪ੍ਰਾਪਤੀ ਹੁੰਦੀ ਹੈ। ਗੁਰਮਤਿ ਮਨ ਨਿਰਮਲ ਹੋਆ, ਹਰ ਰਾਖਿਆ ਉਰ ਧਾਰੇ ਰਾਮ। ਉਹਦੀ ਮੱਤ ਨਾਲ ਉਹਨਾਂ ਦਾ ਮਨ ਨਿਰਮਲ, ਸ਼ੁੱਧ, ਪਵਿੱਤਰ ਹੋ ਜਾਂਦਾ ਹੈ। ਔਰ ਜਿਨ੍ਹਾਂ ਦਾ ਮਨ ਨਿਰਮਲ ਹੋ ਜਾਂਦਾ ਹੈ,
ਉਹ ਫਿਰ ਆਪਣੇ ਉਸ ਨਿਰਮਲ ਮਨ ਵਿੱਚ ਹਰੀ ਨੂੰ ਧਾਰਨ ਕਰਦੇ ਹਨ। ਹਰ ਰਾਖਿਆ ਔਰ ਧਾਰੇ ਰਾਮ, ਉਹੀ ਉਸ ਹਰੀ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਧਾਰਦੇ ਹਨ। ਹਰ ਰਾਖਿਆ ਉਰ ਧਾਰੇ ਆਪਣਾ ਕਾਰਜ ਸੁਵਾਰੇ, ਗੁਰਮਤੀ ਹਰ ਜਾਤਾ। ਉਹਨਾਂ ਨੇ ਹਰੀ ਨੂੰ ਆਪਣੇ ਹਿਰਦੇ 'ਚ ਧਾਰਨ ਕੀਤਾ ਔਰ ਆਪਣੇ ਸਾਰੇ ਕਾਰਜ ਸਵਾਰ ਲਏ ਨੇ। ਗੁਰੂ ਦੀ ਮੱਤ ਦੁਆਰਾ ਤਿਨਾਂ ਨੇ ਹਰੀ ਦੇ ਸਵਰੂਪ ਨੂੰ ਜਾਤਾ ਕਹੀਏ ਜਾਣਿਆ। ਇੱਥੇ ਬਾਰ-ਬਾਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਇਹੀ ਸੰਕੇਤ ਕਰ ਰਹੇ ਨੇ, ਗੁਰੂ ਬਿਨਾਂ ਉਹਦਾ ਸਵਰੂਪ ਨਹੀਂ ਮਿਲਦਾ, ਗੁਰੂ ਬਿਨਾਂ ਉਹਦੇ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਇੱਥੇ ਵੀ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਮੱਤ ਧਾਰਨ ਕੀਤੀ ਹੈ ਉਹਨਾਂ ਨੇ ਹੀ ਉਸ ਹਰੀ ਨੂੰ ਜਾਤਾ ਜਾਣਿਆ। ਗੁਰੂ ਕੀ ਮੱਤ ਤੋਂ ਬਿਨਾਂ ਵਾਹਿਗੁਰੂ ਦੇ ਸਵਰੂਪ ਦੀ ਜਾਣਕਾਰੀ ਨਹੀਂ ਹੁੰਦੀ। ਪ੍ਰੀਤਮ ਮੋਹਿ ਲਿਆ ਮਨ ਮੇਰਾ, ਪਾਇਆ ਕਰਮ ਵਿਧਾਤਾ। ਮੇਰੇ ਪ੍ਰੀਤਮ ਨੇ ਮੇਰਾ ਮਨ ਮੋਹ ਲਿਆ। ਮੋਹਨ ਜੋ ਹੋਇਆ, ਮੇਰੇ ਪ੍ਰੀਤਮ ਮੋਹਨ ਨੇ ਮੇਰਾ ਮਨ ਮੋਹ ਲਿਆ ਹੈ। ਐਸਾ ਮੋਹਿਆ ਕਿ ਮੈਨੂੰ ਕਰਮਾਂ ਦਾ ਫਲ ਵਰਦਾਤਾ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਪ੍ਰਾਪਤ ਹੋਇਆ। ਮੇਰੇ ਗੁਰੂ ਮੋਹਨ ਨੇ ਮੇਰਾ ਮਨ ਮੋਹ ਲਿਆ, ਯਾਨੀ ਕਿ ਆਪਣੇ ਵੱਲ ਖਿੱਚ ਲਿਆ। ਜਦੋਂ ਮੇਰਾ ਮਨ ਗੁਰੂ ਨੇ ਆਪਣੇ ਵੱਲ ਖਿੱਚ ਕੇ ਆਪਣੇ ਨਾਲ ਜੋੜ ਲਿਆ ਤਾਂ ਮੈਨੂੰ ਫਿਰ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋਈ। ਮਨ ਲੈ ਕੇ ਉਹਨੇ ਬ੍ਰਹਮ ਦੇ ਦਿੱਤਾ। ਅਸਲੀ ਖੇਡ ਤਾਂ ਇਹੀ ਹੈ ਨਾ ਵੀ ਜਦੋਂ ਬ੍ਰਹਮ ਰੂਪ ਹੋਈਦਾ ਉਦੋਂ ਮਨ ਨਹੀਂ ਰਹਿੰਦਾ ਤੇ ਗੁਰੂ ਮਨ ਹੀ ਲੈਂਦਾ। ਜਦੋਂ ਮਨ ਲੈ ਲਵੇ ਤੇ ਫਿਰ ਬ੍ਰਹਮ ਦਾ ਸਾਖਸ਼ਾਤਕਾਰ ਕਰ ਦਿੰਦਾ ਹੈ। ਇਹ ਮਨ ਦਾ ਪਰਦਾ ਹੀ ਹੈ ਜਿਹੜਾ ਉਸ ਬ੍ਰਹਮ ਦੇ ਵਿਚਕਾਰ ਅੜਚਣ ਬਣਿਆ ਹੋਇਆ। ਜਦੋਂ ਇਹ ਪਰਦਾ ਗੁਰੂ ਦੂਰ ਕਰ ਦਿੰਦਾ ਹੈ ਫਿਰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ ਵਾਲੀ ਅਵਸਥਾ ਉਹ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਵਸਿਆ ਮਨ ਮੁਰਾਰੇ। ਸਤਿਗੁਰਾਂ ਦੀ ਸੇਵਾ ਕਰਕੇ ਅਸੀਂ ਸਦਾ ਲਈ ਸੁਖ ਪ੍ਰਾਪਤ ਕੀਤਾ, ਕਿਉਂਕਿ ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਛ ਨਾ ਬਸਾਏ। ਸਤਿਗੁਰਾਂ ਦੀ ਸੇਵਾ ਸਦਾ ਸੁਖ ਦਿੰਦੀ ਹੈ, ਗੁਰੂ ਕੀ ਸੇਵਾ ਸਦਾ ਹੀ ਸੁਖ ਦਿੰਦੀ ਹੈ। ਇਸ ਕਰਕੇ ਕਹਿੰਦੇ ਸਤਿਗੁਰਾਂ ਦੀ ਸੇਵਾ ਕਰਕੇ ਅਸੀਂ ਸदैवी ਸੁਖ ਪ੍ਰਾਪਤ ਕਰ ਲਿਆ ਔਰ ਸਾਡੇ ਮਨ ਵਿੱਚ ਉਹ ਮੁਰਾਰੀ ਪਰਮੇਸ਼ਰ ਆ ਵਸਿਆ। ਹਰ ਵਸਿਆ ਮਨ ਮੁਰਾਰੇ, ਉਹ ਹਰੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਸਾਡੇ ਮਨ ਵਿੱਚ ਆ ਕੇ ਵਸ ਗਿਆ ਹੈ। ਨਾਨਕ ਮੇਲ ਲਈ ਗੁਰ ਆਪਣਾ, ਗੁਰ ਕਾ ਸ਼ਬਦ ਸਵਾਰੇ। ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਸਾਨੂੰ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ, ਆਪਣੇ ਨਾਲ ਮੇਲ ਲਿਆ। ਕਿਹਨਾਂ ਨੂੰ ਮੇਲਿਆ? ਜਿਹੜੇ ਗੁਰ ਸ਼ਬਦੀ ਨੇ। ਗੁਰ ਸ਼ਬਦੀ ਮਤਲਬ ਜਿਨ੍ਹਾਂ ਨੇ ਗੁਰੂ ਕਾ ਸ਼ਬਦ ਹਿਰਦੇ 'ਚ ਵਸਾਇਆ ਹੈ ਔਰ ਗੁਰੂ ਕੇ ਸ਼ਬਦ ਦੁਆਰਾ ਆਪਣੇ ਆਪ ਨੂੰ ਸਵਾਰਿਆ, ਆਪਣੇ ਅੰਦਰੋਂ ਔਗਣਾਂ ਨੂੰ, ਖਾਮੀਆਂ ਨੂੰ ਗੁਰੂ ਕੇ ਸ਼ਬਦ ਦਾ ਚਾਨਣਾ ਲੈ ਕੇ ਆਪਣੀਆਂ ਕਮੀਆਂ ਕੱਢੀਆਂ ਨੇ, ਦੂਰ ਕੀਤੀਆਂ ਨੇ। ਉਹਨਾਂ ਜੀਵ ਰੂਪੀ ਇਸਤਰੀਆਂ ਨੂੰ ਹਰੀ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਨੇ ਆਪਣੇ ਨਾਲ ਮੇਲ ਕੇ ਅਭੇਦ ਕਰ ਲਿਆ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਅੰਮ੍ਰਿਤ ਬਚਨ ਆਪਾਂ ਸਾਰਿਆਂ ਨੇ ਰਲ ਮਿਲ ਕੇ ਵਿਚਾਰੇ ਨੇ। ਇੱਥੇ ਬਸ ਨਹੀਂ ਹੈ, ਇਤੀ ਨਹੀਂ ਹੈ ਕਿ ਜੋ ਵਿਚਾਰ ਹੋ ਗਈ ਇਹੀ ਸੰਪੂਰਨ ਹੈ। ਨਾ ਇਤੀ ਹੈ, ਪਰ ਅਸੀਂ ਆਪਣੇ ਆਤਮਿਕ ਰਸ ਵਾਸਤੇ ਜਿੰਨੀ ਕੁ ਤੁੱਛ ਬੁੱਧੀ ਗੁਰਦੇਵ ਨੇ ਪ੍ਰਦਾਨ ਕੀਤੀ ਵਿਚਾਰ ਕਰ ਸਕੇ ਹਾਂ। ਗੁਰੂ ਕੀ ਬਾਣੀ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ
ਸਰਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਨਾਨਕ ਚਾਓ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।